सत श्री अकाल जी। देखो, इन्वेस्टिंग यानी कि निवेश करना कई बार एक लंबे सफर वांग लग सकता है ना। ਤੇ ਕਿਸੇ ਵੀ ਸਫਰ ਲਈ ਸਭ ਤੋਂ ਜ਼ਰੂਰੀ ਕੀ ਹੁੰਦਾ ਹੈ? ਇੱਕ ਨਕਸ਼ਾ। ਤਾਂ ਅੱਜ ਆਪਾਂ ਮਿਲ ਕੇ ਉਹੀ ਬਣਾਵਾਂਗੇ, ਇੱਕ ਪਰਸਨਲ ਇਨਵੈਸਟਮੈਂਟ ਪਲਾਨ। ਬਹੁਤ ਹੀ ਸਿੰਪਲ ਪਰ ਬਹੁਤ ਜ਼ਿਆਦਾ ਅਸਰਦਾਰ। ਪਰ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਸਵਾਲ ਤਾਂ ਇਹੀ ਦਿਮਾਗ 'ਚ ਆਉਂਦਾ ਹੈ ਕਿ ਭਾਈ ਸ਼ੁਰੂ ਕਿੱਥੋਂ ਕਰੀਏ। ਮਤਲਬ ਜਦੋਂ ਆਪਸ਼ਨ ਹੀ ਇੰਨੇ ਸਾਰੇ ਹੋਣ ਤਾਂ ਕਨਫਿਊਜ਼ ਹੋਣਾ ਤਾਂ ਬਣਦਾ ਹੀ ਹੈ। ਖੈਰ, ਇਸ ਦਾ ਜਵਾਬ ਬਹੁਤ ਹੀ ਸੌਖਾ ਹੈ। ਸਾਰੀ ਗੱਲ ਇੱਕ ਪਲਾਨ ਨਾਲ ਸ਼ੁਰੂ ਹੁੰਦੀ ਹੈ। ਵੈਸੇ ਤਾਂ ਇਸ ਨੂੰ ਥੋੜਾ ਫੈਂਸੀ ਨਾਮ ਦਿੱਤਾ ਗਿਆ ਹੈ, ਇਨਵੈਸਟਮੈਂਟ ਪਾਲਿਸੀ ਸਟੇਟਮੈਂਟ, ਪਰ ਆਪਾਂ ਇਸ ਨੂੰ ਆਪਣਾ ਪਰਸਨਲ ਫਾਈਨੈਂਸ਼ੀਅਲ ਰੋਡ ਮੈਪ ਕਹਿ ਸਕਦੇ ਹਾਂ, ਇੱਕ ਨਿੱਜੀ ਵਿੱਤੀ ਨਕਸ਼ਾ। ਚਲੋ ਫਿਰ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ। ਇਹ ਪੂਰਾ ਪ੍ਰੋਸੈਸ ਨਾ ਬਸ 3 ਮੇਨ ਸਟੈਪਸ ਤੇ ਟਿਕਿਆ ਹੋਇਆ ਹੈ। ਸਭ ਤੋਂ ਪਹਿਲਾਂ ਆਪਣੇ ਟੀਚੇ ਯਾਨੀ ਕਿ ਗੋਲਸ ਤੈਅ ਕਰਨੇ, ਦੂਜਾ ਆਪਣਾ ਰਿਸਕ ਸਮਝਣਾ ਤੇ ਤੀਜਾ ਸਹੀ ਇਨਵੈਸਟਮੈਂਟਸ ਚੁਣਨੀਆਂ। ਠੀਕ ਹੈ, ਤਾਂ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਤੇ ਸਭ ਤੋਂ ਜ਼ਰੂਰੀ ਕਦਮ ਤੋਂ, ਆਪਣੇ ਗੋਲਸ ਯਾਨੀ ਕਿ ਟੀਚਿਆਂ ਨੂੰ ਬਿਲਕੁਲ ਸਾਫ਼-ਸਾਫ਼ ਪਰਿਭਾਸ਼ਿਤ ਕਰਨਾ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪੈਸਾ ਇਨਵੈਸਟ ਕੀਤਾ ਹੀ ਕਿਉਂ ਜਾ ਰਿਹਾ ਹੈ। ਕੀ ਕੋਈ ਨਵੀਂ ਕਾਰ ਲੈਣੀ ਹੈ ਜਾਂ ਰਿਟਾਇਰਮੈਂਟ ਦੀ ਪਲੈਨਿੰਗ ਹੈ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਜੋੜਨੇ ਨੇ, ਕਿਉਂਕਿ ਇਹੀ ਗੋਲਸ ਦੱਸਣਗੇ ਕਿ ਇਨਵੈਸਟਮੈਂਟ ਦੀ ਟਾਈਮਲਾਈਨ ਯਾਨੀ ਕਿ ਸਮਾਂ ਸੀਮਾ ਕਿੰਨੀ ਹੋਵੇਗੀ। ਆਮ ਤੌਰ ਤੇ ਫਾਈਨੈਂਸ਼ੀਅਲ ਪਲੈਨਿੰਗ ਵਿੱਚ ਟਾਈਮਲਾਈਨ ਨੂੰ 3 ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਜਿਵੇਂ ਸ਼ਾਰਟ ਟਰਮ ਗੋਲਸ ਜੋ 1 ਤੋਂ 3 ਸਾਲ ਦੇ ਹੁੰਦੇ ਨੇ, ਫਿਰ ਆਉਂਦੇ ਨੇ ਮੀਡੀਅਮ ਟਰਮ ਯਾਨੀ 3 ਤੋਂ 7 ਸਾਲ ਵਾਲੇ, ਤੇ ਆਖਿਰ ਵਿੱਚ ਲੌਂਗ ਟਰਮ ਗੋਲਸ ਜੋ 7 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਦੇ ਹੁੰਦੇ ਨੇ। ਚਲੋ ਜੀ, ਇੱਕ ਵਾਰ ਗੋਲਸ ਤਾਂ ਸੈੱਟ ਹੋ ਗਏ, ਹੁਣ ਵਾਰੀ ਹੈ ਦੂਜੇ ਕਦਮ ਦੀ, ਰਿਸਕ ਨੂੰ ਸਮਝਣਾ। ਤੇ ਇਹ ਗੱਲ ਬਹੁਤ ਪਰਸਨਲ ਹੁੰਦੀ ਹੈ, ਹਰ ਕਿਸੇ ਲਈ ਵੱਖਰੀ। ਤਾਂ ਰਿਸਕ ਟੋਲਰੈਂਸ ਯਾਨੀ ਕਿ ਜੋਖਿਮ ਸਹਿਣਸ਼ੀਲਤਾ ਦਾ ਮਤਲਬ ਕੀ ਹੈ? ਇਸ ਦਾ ਸਿੱਧਾ ਮਤਲਬ ਹੈ ਕਿ ਕੋਈ ਇਨਵੈਸਟਰ ਮਾਰਕੀਟ ਦੇ ਉਤਾਰ ਚੜ੍ਹਾਅ ਨੂੰ ਲੈ ਕੇ ਕਿੰਨਾ ਕੁ ਕੰਫਰਟੇਬਲ ਹੈ। ਮਤਲਬ ਜੇ ਕਦੇ ਨੁਕਸਾਨ ਹੋ ਜਾਵੇ ਤਾਂ ਉਸ ਨਾਲ ਕਿੰਨਾ ਕੁ ਸਹਿਜ ਰਿਹਾ ਜਾ ਸਕਦਾ ਹੈ। ਸਿੱਧੇ ਸ਼ਬਦਾਂ 'ਚ ਰਿਸਕ ਲੈਣ ਦੀ ਹਿੰਮਤ ਕਿੰਨੀ ਹੈ। ਇਸ ਨੂੰ ਹੋਰ ਸੌਖਾ ਕਰਨ ਲਈ 2 ਤਰ੍ਹਾਂ ਦੇ ਇਨਵੈਸਟਰ ਪ੍ਰੋਫਾਈਲ ਦੇਖਦੇ ਹਾਂ। ਇੱਕ ਹੁੰਦੇ ਨੇ ਕੰਜ਼ਰਵੇਟਿਵ ਯਾਨੀ ਸਾਵਧਾਨ ਨਿਵੇਸ਼ਕ। ਇਹ ਲੋਕ ਘੱਟ ਰਿਸਕ ਲੈਂਦੇ ਨੇ ਭਾਵੇਂ ਰਿਟਰਨ ਵੀ ਘੱਟ ਮਿਲੇ। ਦੂਜੇ ਪਾਸੇ ਹੁੰਦੇ ਨੇ ਅਗਰੈਸਿਵ ਯਾਨੀ ਹਮਲਾਵਰ ਨਿਵੇਸ਼ਕ। ਇਹ ਵੱਧ ਰਿਟਰਨ ਕਮਾਉਣ ਲਈ ਵੱਡਾ ਰਿਸਕ ਲੈਣ ਤੋਂ ਨਹੀਂ ਡਰਦੇ। ਪਰ ਗੱਲ ਸਿਰਫ ਇਹਨਾਂ ਦੋਵਾਂ ਤੇ ਖਤਮ ਨਹੀਂ ਹੁੰਦੀ। ਇਹ ਤਾਂ ਇੱਕ ਪੂਰਾ ਸਪੈਕਟਰਮ ਹੈ, ਯਾਨੀ ਕੰਜ਼ਰਵੇਟਿਵ ਤੇ ਅਗਰੈਸਿਵ ਦੇ ਵਿਚਕਾਰ ਇੱਕ ਹੋਰ ਕੈਟੇਗਰੀ ਵੀ ਹੈ, ਮੋਡਰੇਟ ਯਾਨੀ ਸੰਤੁਲਿਤ। ਤੇ ਸੱਚ ਦੱਸਾਂ ਤਾਂ ਜ਼ਿਆਦਾਤਰ ਲੋਕ ਇਸੇ ਕੈਟੇਗਰੀ ਵਿੱਚ ਫਿੱਟ ਬੈਠਦੇ ਹਨ। ਤਾਂ ਫਿਰ ਗੋਲਸ ਵੀ ਪਤਾ ਲੱਗ ਗਏ, ਰਿਸਕ ਲੈਣ ਦੀ ਹਿੰਮਤ ਵੀ ਪਤਾ ਲੱਗ ਗਈ। ਹੁਣ ਆਉਂਦਾ ਹੈ ਆਖਰੀ ਤੇ ਸਭ ਤੋਂ ਐਕਸ਼ਨ ਪੈਕਡ ਸਟੈਪ, ਸਹੀ ਇਨਵੈਸਟਮੈਂਟਸ ਦੀ ਚੋਣ ਕਰਨਾ। ਇੱਥੇ ਆ ਕੇ ਹੀ ਪਲਾਨ ਅਸਲ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ। ਹੁਣ ਜੇ ਬੇਸਿਕ ਆਪਸ਼ਨਾਂ ਦੀ ਗੱਲ ਕਰੀਏ ਤਾਂ ਕੀ ਹੈ? ਦੇਖੋ, ਜਾਂ ਤਾਂ ਕਿਸੇ ਖਾਸ ਕੰਪਨੀ ਦੇ ਸਟਾਕ ਖਰੀਦੇ ਜਾ ਸਕਦੇ ਨੇ, ਜਾਂ ਫਿਰ ਮਿਊਚੁਅਲ ਫੰਡ ਜਿਨ੍ਹਾਂ ਨੂੰ ਆਪਾਂ ਬਹੁਤ ਸਾਰੇ ਸਟਾਕਸ ਦਾ ਇੱਕ ਗੁਲਦਸਤਾ ਕਹਿ ਸਕਦੇ ਹਾਂ, ਤੇ ਤੀਜਾ ਆਪਸ਼ਨ ਹੈ ਇਹਨਾਂ ਦੋਵਾਂ ਦਾ ਮਿਕਸ। ਅੱਛਾ, ਤਾਂ ਇਸ ਮਿਕਸ ਦਾ ਕੀ ਮਤਲਬ ਹੋਇਆ? ਇੱਕ ਉਦਾਹਰਣ ਦੇਖਦੇ ਹਾਂ। ਮੰਨ ਲਓ ਕਿਸੇ ਦੇ ਪੋਰਟਫੋਲੀਓ ਵਿੱਚ 60% ਪੈਸਾ ਮਿਊਚੁਅਲ ਫੰਡਾਂ ਵਿੱਚ ਹੈ ਤੇ 40% ਕੁਝ ਖਾਸ ਸਟਾਕਸ ਵਿੱਚ। ਇਸ ਤਰ੍ਹਾਂ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਰਿਸਕ ਵੰਡਿਆ ਜਾਂਦਾ ਹੈ, ਸਾਰੇ ਆਂਡੇ ਇੱਕੋ ਟੋਕਰੀ 'ਚ ਨਹੀਂ ਹੁੰਦੇ, ਹੈ ਨਾ। ਤਾਂ ਚਲੋ ਹੁਣ ਇਹਨਾਂ 3 ਸਟੈਪਸ ਨੂੰ ਜੋੜ ਕੇ ਦੇਖਦੇ ਹਾਂ ਕਿ ਇੱਕ ਪੂਰਾ ਪਰਸਨਲ ਪਲਾਨ ਆਖਿਰ ਦਿਖਦਾ ਕਿਉਂ ਜਾਏ। ਇਸ ਨੂੰ ਇੱਕ ਸਿੰਪਲ ਜਿਹੇ ਫਾਰਮੂਲੇ ਵਾਂਗ ਸਮਝੋ, ਆਪਣੇ ਗੋਲਸ ਪਲੱਸ ਰਿਸਕ ਲੈਣ ਦੀ ਸਮਰੱਥਾ ਪਲੱਸ ਸਹੀ ਇਨਵੈਸਟਮੈਂਟ ਦੀ ਚੋਣ। ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਤਿਆਰ ਹੋ ਜਾਂਦਾ ਹੈ ਇੱਕ ਸਹੀ ਇਨਵੈਸਟਮੈਂਟ ਬਲੂਪ੍ਰਿੰਟ। ਤੇ ਯਾਦ ਰੱਖਣਾ, ਇਹ 3 ਸਟੈਪਸ ਵਾਲਾ ਪ੍ਰੋਸੈਸ ਕੋਈ ਕਿਤਾਬੀ ਗੱਲ ਨਹੀਂ ਹੈ। ਇਹ ਅਸਲ ਵਿੱਚ ਆਪਣੇ ਵਿੱਤੀ ਭਵਿੱਖ ਲਈ ਇੱਕ ਬਿਲਕੁਲ ਸਾਫ਼-ਸੁਥਰਾ ਰੋਡ ਮੈਪ ਬਣਾਉਂਦਾ ਹੈ। ਇਸ ਨਾਲ ਅੰਦਾਜ਼ੇ ਲਗਾਉਣ ਦੀ ਲੋੜ ਨਹੀਂ ਪੈਂਦੀ, ਸਗੋਂ ਸੋਚ ਸਮਝ ਕੇ ਫੈਸਲੇ ਲਏ ਜਾਂਦੇ ਨੇ। ਤਾਂ ਫਿਰ ਇਸ ਸਾਰੀ ਗੱਲਬਾਤ ਤੋਂ ਬਾਅਦ ਸਵਾਲ ਇਹ ਹੈ ਕਿ ਕਿਸੇ ਦੀ ਵੀ ਇਨਵੈਸਟਮੈਂਟ ਪਲਾਨ ਦਾ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕਦਮ ਕਿਹੜਾ ਹੋਣਾ ਚਾਹੀਦਾ ਹੈ। ਯਾਦ ਰੱਖੋ, ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸਪਸ਼ਟ ਟੀਚੇ ਤੋਂ। ਉਹੀ ਇੱਕ ਸਫਲ ਇਨਵੈਸਟਮੈਂਟ ਸਫ਼ਰ ਦੀ ਮਜ਼ਬੂਤ ਨੀਂਹ ਹੈ।